ਅਸੀਂ ਅੱਜ ਆਏ ਹਾਂ ਸਰਦਾਰ ਬਲਬੀਰ ਸਿੰਘ ਚੇਅਰਮੈਨ ਪ੍ਰਿਥਵੀ ਪਾਰਕ ਪ੍ਰਾਇਮਰੀ ਸਕੂਲ ਦੇ ਚੇਅਰਮੈਨ ਸਾਹਿਬ ਕੋਲ। ਇੱਥੇ ਪੁੱਛਣਾ ਚਾਹੁੰਦੇ, ਜਦੋਂ ਥੋੜ੍ਹਾ ਟਾਈਮ ਪਹਿਲੇ ਇੱਥੇ ਇੱਕ ਪੁਰਾਣੀ ਬਿਲਡਿੰਗ ਹੁੰਦੀ ਸੀ ਔਰ ਇੱਥੇ ਆ ਕੇ ਉਹਨਾਂ ਨੇ ਕਿੱਦਾਂ ਇੱਥੇ ਨਵੀਂ ਬਿਲਡਿੰਗ ਦਾ ਔਰ ਅੱਗੇ ਦੇ ਕੀ ਕਾਰਜਕ੍ਰਮ ਕਰ ਰਹੇ ਇੱਥੇ ਸਰਦਾਰ ਬਲਬੀਰ ਸਿੰਘ ਜੀ। ਸਭ ਤੋਂ ਪਹਿਲਾਂ ਤਾਂ ਮੈਂ ਜੀ ਬਲਵਿੰਦਰ ਸਿੰਘ ਜੀ ਆਪ ਦਾ ਬਹੁਤ ਧੰਨਵਾਦੀ ਹਾਂ। ਸਭ ਤੱਕ ਨਿਊਜ਼ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਸਮੇਂ ਸਿਰ ਆ ਕੇ ਇਹ ਜੋ ਆਪ ਜੀ ਸਕੂਲਾਂ ਦੇ ਵਿੱਚ ਜਾਂ ਹੋਰ ਵੀ ਜਿਹੜੇ ਸੰਸਥਾਨ ਨੇ ਸਾਡੇ, ਉੱਥੇ ਜਾ ਕੇ ਉਹਨਾਂ ਕੋਲੋਂ ਸਾਰੇ ਹਾਲ ਚਾਲ ਪੁੱਛਦੇ ਹੋ। ਤੁਹਾਡੀ ਬਹੁਤ ਮਿਹਰਬਾਨੀ ਹੈ। ਆਪ ਜੀ ਨੇ ਬਹੁਤ ਅੱਛਾ ਸਵਾਲ ਕੀਤਾ ਹੈ। ਇਹ ਸਾਡਾ ਸਕੂਲ ਜੋ ਪ੍ਰਿਥਵੀ ਪਾਰਕ ਦਾ ਹੈ ਉਹ 60 ਸਾਲ ਪੁਰਾਣਾ ਸਕੂਲ ਹੈ ਅਤੇ ਮੇਰਾ ਖਿਆਲ ਇੱਥੋਂ ਜਿਹੜੇ ਬੱਚੇ ਪੜ੍ਹ ਕੇ ਗਏ ਨੇ ਅੱਜ ਕੱਲ੍ਹ ਕਿਤੇ ਡਾਕਟਰ ਲੱਗੇ ਹੋਣੇ, ਇੰਜੀਨੀਅਰ ਲੱਗੇ ਹੋਣੇ ਨੇ, ਕੋਈ ਫਿਲਾਸਫਰ ਨੇ, ਇਸ ਤਰ੍ਹਾਂ ਦੇ ਬੱਚੇ ਇੱਥੋਂ ਨਿਕਲੇ ਨੇ। ਅਤੇ ਇੱਥੋਂ ਦਾ ਸਟਾਫ ਜਿਹੜਾ ਪ੍ਰਿੰਸੀਪਲ ਸਾਹਿਬਾਂ ਸਾਡੀ ਭੈਣ ਜੀ ਜਿਹੜੇ ਨੇ ਉਹ ਬਹੁਤ ਹੀ ਅੱਛਾ ਕੰਮ ਕਰ ਰਹੇ ਨੇ। 6-7 ਸਾਲਾਂ ਤੋਂ ਇੱਥੇ ਉਹ ਪ੍ਰਿੰਸੀਪਲ ਰਹੇ ਨੇ ਅਤੇ ਬਹੁਤ ਉਹਨਾਂ ਦਾ ਵਧੀਆ ਸਟਾਫ ਹੈ। ਟੀਚਰ ਸਾਹਿਬਾਨ ਬਹੁਤ ਅੱਛੀਆਂ ਇੰਟੈਲੀਜੈਂਟ ਹਨ ਅਤੇ ਬੱਚਿਆਂ ਦੇ ਰਿਜ਼ਲਟ ਵੀ ਸਾਡੇ ਬਹੁਤ ਵਧੀਆ ਆ ਰਹੇ ਹਨ। ਆਪ ਜੀ ਨੇ ਬਿਲਡਿੰਗ ਦੀ ਗੱਲ ਕੀਤੀ ਹੈ। ਇਹ ਬਿਲਡਿੰਗ ਜਿਹੜੀ ਹੈ ਇਹ ਸੰਨ 60 ਸਾਲ ਤੋਂ ਜਿਹੜੀ ਹੈ ਚਲੀ ਆ ਰਹੀ ਸੀ। ਪਹਿਲੇ ਇੱਥੇ ਸ਼ੈੱਡ ਪਏ ਹੋਏ ਸਨ ਔਰ ਇਸ ਨੂੰ ਬਾਅਦ ਵਿੱਚ ਇਹਦਾ ਨਵੀਨੀਕਰਨ ਕੀਤਾ ਗਿਆ, ਡਿਮੋਲਿਸ਼ ਕੀਤਾ ਗਿਆ, ਬਹੁਤ ਕੁਝ ਢਾਹ ਕੇ ਦੁਬਾਰਾ ਬਣਾਇਆ ਗਿਆ ਔਰ ਇਹਨੂੰ ਨਵੀਂ ਬਿਲਡਿੰਗ ਦੇ ਰੂਪ ਵਿੱਚ ਅਸੀਂ ਇੱਥੇ ਲਿਆਂਦਾ। ਇਹ ਸੰਨ 11 ਦੇ ਵਿੱਚ ਇਹਦਾ ਉਦਘਾਟਨ ਮਹਾਬਲ ਮਿਸ਼ਰਾ ਜੀ ਨੇ ਕੀਤਾ ਸੀ। ਉਸ ਤੋਂ ਬਾਅਦ 4 ਸਾਲ ਤੋਂ ਸਾਡੇ ਇੱਥੋਂ ਦੇ ਜਿਹੜੇ ਕਾਉਂਸਲਰ ਹਨ ਸ਼੍ਰੀ ਡਿੰਪਲ ਚੱਡਾ ਜੀ, ਉਹਨਾਂ ਦੀ ਦੇਖ ਰੇਖ ਵਿੱਚ ਬਹੁਤ ਅੱਛੇ ਕੰਮ ਹੋ ਰਹੇ ਹਨ ਔਰ ਸਮੇਂ ਸਿਰ ਆ ਕੇ ਉਹ ਸਕੂਲ ਦੇ ਰੱਖ ਰਖਾਵ ਵਾਸਤੇ ਮੀਟਿੰਗਾਂ ਇੱਥੇ ਕਰਦੇ ਹਨ। ਬੱਚਿਆਂ ਕੋਲੋਂ ਪੁੱਛਦੇ ਹਨ ਕਿ ਤੁਹਾਡਾ ਕੀ ਦੱਸੋ, ਕਿਸੇ ਚੀਜ਼ ਦੀ ਲੋੜ ਹੈ ਅਤੇ ਮੈਂ ਹਾਜ਼ਰ ਹਾਂ। ਬਹੁਤ ਸੇਵਾ ਕਰ ਰਹੇ ਹਨ ਅਤੇ ਇਸੇ ਤਰ੍ਹਾਂ ਹੀ ਸਾਡੇ ਪ੍ਰਿੰਸੀਪਲ ਸਾਹਿਬਾਨ ਜਿਹੜੇ ਨੇ ਉਹਨਾਂ ਦਾ ਇਸ ਸਕੂਲ ਦੇ ਵਿੱਚ ਬਹੁਤ ਵੱਡਾ ਯੋਗਦਾਨ ਮੈਂ ਸਮਝਦਾ, ਕਿਉਂਕਿ ਕਈ ਜਿਹੜੇ ਹਨ ਨਹੀਂ ਇੱਧਰ ਧਿਆਨ ਦਿੰਦੇ, ਪਰ ਇਹਨਾਂ ਵਿਸ਼ੇਸ਼ ਕਰਕੇ ਇਹਨਾਂ ਨੇ ਬਹੁਤ ਸਕੂਲ ਦੇ ਵਿੱਚ ਧਿਆਨ ਦਿੱਤਾ ਹੈ ਔਰ ਸਮੇਂ ਸਿਰ ਨਵੀਆਂ ਕਾਢਾਂ ਕੱਢ ਕੇ ਇਹ ਸਕੂਲ ਦੇ ਵੱਲ ਤਰੱਕੀ ਵਾਸਤੇ ਲੈ ਕੇ ਜਾ ਰਹੇ ਹਨ। ਇੱਥੇ ਤਕਰੀਬਨ 2 ਸ਼ਿਫਟਾਂ ਹਨ। ਇੱਕ ਸਵੇਰ ਦੀ ਸ਼ਿਫਟ ਬੱਚੀਆਂ ਦੀ ਹੈ, ਲੜਕੀਆਂ ਦੀ, ਔਰ ਸ਼ਾਮ ਦੀ ਸ਼ਿਫਟ ਹੈ ਲੜਕਿਆਂ ਦੀ। ਅਤੇ ਸਵੇਰੇ ਲੜਕੀਆਂ ਦੀ ਸ਼ਿਫਟ ਹੈ ਜਿਹੜੀ ਉਹਦੇ ਵਿੱਚ ਤਕਰੀਬਨ 300 ਦੇ ਕਰੀਬ 41 ਬੱਚੇ ਇੱਥੇ ਬੱਚੀਆਂ ਪੜ੍ਹ ਰਹੀਆਂ ਹਨ ਔਰ ਬਹੁਤ ਸੁਚੱਜੇ ਢੰਗ ਦੇ ਨਾਲ ਇਹਨਾਂ ਦਾ ਰੱਖ ਰਖਾਵ ਹੋ ਰਿਹਾ ਹੈ। ਔਰ ਸ਼ਾਮ ਦੀ ਮੀਟਿੰਗ ਦੇ ਵਿੱਚ ਸ਼ਾਮ ਦੀ ਜਿਹੜੀ ਸ਼ਿਫਟ ਹੈ ਉਹਦੇ ਵਿੱਚ ਤਕਰੀਬਨ 160 ਬੱਚੇ ਤਕਰੀਬਨ ਹਨ ਅਤੇ ਟੀਚਰ ਸਾਹਿਬਾਨ ਜਿਹੜੀਆਂ ਹਨ 8 ਟੀਚਰਾਂ ਹਨ ਅਤੇ ਇੱਕ ਪ੍ਰਿੰਸੀਪਲ ਸਾਹਿਬਾਨ ਸਵੇਰ ਦੀ ਸ਼ਿਫਟ ਵਿੱਚ, ਔਰ ਸ਼ਾਮ ਦੀ ਸ਼ਿਫਟ ਮੇਰੇ ਖਿਆਲ 4 ਜਾਂ 5 ਟੀਚਰ ਹਨ। ਬੜੇ ਅੱਛੇ ਢੰਗ ਦੇ ਨਾਲ ਉਹ ਬੱਚਿਆਂ ਨੂੰ ਤਿਆਰ ਕਰ ਰਹੇ ਹਨ। ਪਿੱਛੇ ਜੇ ਰਿਜ਼ਲਟ ਨਿਕਲਿਆ ਬਹੁਤ ਵਧੀਆ ਬੱਚਿਆਂ ਦਾ, ਉਹਨਾਂ ਦੇ 90% ਤੋਂ ਉੱਤੇ ਮਾਰਕਸ ਆਏ ਹਨ। ਇੱਥੇ ਬਹੁਤ ਪ੍ਰਾਈਜ਼ ਡਿਸਟਰੀਬਿਊਸ਼ਨ ਫੰਕਸ਼ਨ ਕੀਤਾ ਗਿਆ, ਉਹਦੇ 'ਚ ਬੱਚਿਆਂ ਨੂੰ ਇਨਾਮ ਵਗੈਰਾ ਵੰਡੇ ਗਏ ਹਨ। ਤੋ ਇਹ ਮੈਂ ਸਮਝਦਾ ਕਿ ਇੱਕ ਮਾਡਲ ਹੈ ਸਾਡੇ ਜਿੰਨੇ ਵੀ ਇਲਾਕਾ ਇੱਥੇ ਦਿੱਲੀ ਦੇ ਇਲਾਕੇ ਦੇ ਵਿੱਚ, ਇਹ ਸਾਡਾ ਸਕੂਲ ਇੱਕ ਮਾਡਲ ਦੇ ਰੂਪ ਦੇ ਵਿੱਚ ਹੈ। ਤੁਸੀਂ ਵੇਖੋਗੇ ਇਹਦੀ ਸਾਫ਼ ਸਫਾਈ ਦਾ ਬਹੁਤ ਧਿਆਨ ਦਿੱਤਾ ਜਾਂਦਾ ਹੈ ਸਟਾਫ ਵੱਲੋਂ। ਇਹਦੇ ਰੱਖ ਰਖਾਵ ਵਿੱਚ ਕੋਈ ਕਮੀ ਨਹੀਂ ਕਿਸੇ ਪ੍ਰਕਾਰ ਦੀ ਛੱਡੀ ਜਾਂਦੀ। ਬੱਚਿਆਂ ਦਾ ਖਾਣਾ ਇੱਕ ਆਉਂਦਾ ਹੈ ਇੱਥੇ ਜਿਹੜਾ ਉਹਨੂੰ ਟੈਸਟ ਕੀਤਾ ਜਾਂਦਾ ਹੈ, ਪਹਿਲੇ ਟੀਚਰ ਸਮਾਨ ਚੈੱਕ ਕਰਦੀਆਂ ਹਨ ਅੱਛੀ ਤਰ੍ਹਾਂ ਕਿ ਖਾਣਾ ਠੀਕ ਆ ਰਿਹਾ ਕਿ ਨਹੀਂ। ਅਗਰ ਨਹੀਂ ਆ ਰਿਹਾ ਤਾਂ ਉਹਦੀ ਕੰਪਲੇਂਟ ਕੀਤੀ ਜਾਂਦੀ ਹੈ। ਅਤੇ ਕੁੱਲ ਮਿਲਾ ਕੇ ਖਾਣਾ ਵੀ ਬਹੁਤ ਵਧੀਆ ਆ ਰਿਹਾ ਹੈ। ਇੱਥੇ ਕੰਪਿਊਟਰ ਦੀ ਸਿੱਖਿਆ ਵੀ ਦਿੱਤੀ ਜਾਂਦੀ ਹੈ ਔਰ ਹੋਰ ਕਈ ਸਬਜੈਕਟ ਨੇ ਜਿਹੜੇ ਉਹਨਾਂ ਉੱਤੇ ਬਹੁਤ ਵਿਚਾਰ ਕੀਤਾ ਜਾਂਦਾ ਹੈ। ਇੰਗਲਿਸ਼ ਮੀਡੀਅਮ ਹੈ ਔਰ ਦੂਜਾ ਬੱਚਿਆਂ ਨੂੰ ਵਰਦੀਆਂ, ਜੁੱਤੇ, ਸਰਦੀਆਂ ਵਿੱਚ ਜਰਸੀਆਂ, ਇਹ ਸਭ ਕੁਝ ਦਿੱਤਾ ਜਾਂਦਾ ਹੈ ਔਰ ਬਿਲਕੁਲ ਫੀਸ ਮੁਕਤ ਹੈ ਸਾਡਾ ਸਕੂਲ। ਇਹ ਬਹੁਤ ਅੱਛਾ ਹੀ ਅੱਗੇ ਵੀ ਤਰੱਕੀ ਕਰੇ। ਅਤੇ ਮੈਂ ਇਹ ਜਿਹੜੀ ਮੇਰੇ ਨਾਲ ਜਿਹੜੀ ਸਾਰੇ ਪ੍ਰਿੰਸੀਪਲ ਸਾਹਿਬਾਂ ਜਾਂ ਉਹਨਾਂ ਟੀਚਰਾਂ ਹਨ ਬੜਾ ਉਹ ਸਾਥ ਦਿੰਦੇ ਹਨ। ਜਦੋਂ ਵੀ ਮੈਂ ਇੱਥੇ ਆਉਂਦਾ ਹਾਂ ਅਤੇ ਉਹ ਬੜੇ ਸੁਚੱਜੇ ਢੰਗ ਦੇ ਨਾਲ ਇੱਥੇ ਮੀਟਿੰਗ 'ਚ ਬਹਿ ਕੇ ਅਸੀਂ ਆਪਣੇ ਵਿੱਚ ਵਿਚਾਰ ਵਿਮਰਸ਼ ਕਰਦੇ ਹਾਂ ਤਾਂ ਕਿ ਸਕੂਲ ਅੱਗੇ ਵੀ ਹੋਰ ਨਾ ਸਾਡਾ ਕਮਾ ਸਕੇ। ਅਤੇ ਮੈਂ ਇੱਕ ਵਾਰ ਫਿਰ ਧੰਨਵਾਦ ਕਰਦਾ ਹਾਂ ਸਭ ਤੱਕ ਨਿਊਜ਼ ਵਾਲਿਓ ਤੁਹਾਨੂੰ ਕਿ ਸਮੇਂ ਸਿਰ ਆ ਕੇ ਤੁਸੀਂ ਸੰਭਾਲਦੇ ਹੋ ਅਤੇ ਮੈਂ ਬਹੁਤ ਇੱਕ ਧੰਨਵਾਦੀ ਹਾਂ ਆਪ ਜੀ ਦਾ। ਥੈਂਕ ਯੂ। ਸਾਡੇ ਵਿੱਚ ਸਰਦਾਰ ਹਰਦੀਪ ਸਿੰਘ ਜੀ ਵੀ ਬੈਠੇ ਹੋਏ ਹੈ
ਜਿਹੜੇ ਸਹਿਬਪੁਰਾ ਗੁਰਦੁਆਰੇ ਦੇ ਸਕੱਤਰ ਸਾਹਿਬ ਹਨ, ਔਰ ਦੂਸਰਾ ਸਾਡੇ ਵਿੱਚ ਸਰਦਾਰ ਪੂਰਨ ਸਿੰਘ ਜੀ ਹੈਗੇ ਜਿਹੜੇ ਸਾਨੂੰ ਕਵਿਤਾ ਦੇ ਰਾਏ ਦੱਸਣਗੇ ਬੱਚਿਆਂ ਦੇ ਉੱਤੇ। ਇਹਨਾਂ ਨੇ ਲਿਖੀ ਇੱਕ ਬਹੁਤ ਅੱਛੀ ਕਵਿਤਾ, ਸਰਦਾਰ ਪੂਰਨ ਸਿੰਘ ਜੀ। अच्छा, मैं आप सब का धन्यवाद करना हाँ जिन्हें मेरे साथी इत्थे आए ने, और चेयरमैन बलबीर सिंह जी जिन्हों की देख रेख दे विच इत्थे काम चल रहा है बहुत वधिया, और प्रधानाचार्य जो हैं साडे उन्हों का भी बहुत सहयोग है साडे नाल लग्या होया। और मैं एक थोड़ा जा अपना लिखिया होया एक बच्चों वास्ते पौरे और फुलों की जो आपस में समानता है वो बारे में लिखिया है। फुल खिड़े ने इन्हां खातर असी फुलां लई आए, होर किसे तो लैना की है असी गीत फुलां लई गाए। फुल भवरे की समानता वेखी तां बनिया रिश्ता गूढ़ा, खुशबू फुलां दी मुक्की नहीं बस हुण भवरा गीत मुकाए, हुण भवरा गीत मुकाए। मैं धन्यवाद, मैं सब का प्यार सहित धन्यवाद करदा। ਬਹੁਤ ਗੱਲ ਵਧੀਆ ਕਹੀ ਹੈ। ਬੱਚਿਆਂ ਨੂੰ ਜਿੰਨਾ ਵੀ ਪਿਆਰ ਦਿੱਤਾ ਜਾਵੇ ਉਹਦੇ ਨਾਲੋਂ ਦੁੱਗਣਾ ਤਿੱਗਣਾ ਚੌਗਣਾ ਬੱਚੇ ਪਿਆਰ ਵਾਪਸ ਦਿੰਦੇ। ਬਹੁਤ ਬਹੁਤ ਧੰਨਵਾਦ ਪੂਰਨ ਸਿੰਘ ਜੀ, ਬਹੁਤ ਹੀ ਅੱਛੀ ਕਵਿਤਾ ਦੇ ਰਸਤੇ ਤੁਸੀਂ ਬੱਚਿਆਂ ਦਾ ਦਿਲ ਮੋਹ ਲਿਆ, ਜਿੱਥੋਂ ਤੱਕ ਮੈਂ ਉਮੀਦ ਕਰਦਾ। ਹੁਣ ਸਾਡੇ ਵਿੱਚ ਸਕੂਲ ਦੇ ਪ੍ਰਿੰਸੀਪਲ ਸਾਹਿਬਾ ਬੈਠੇ ਹੈ, ਅਸੀਂ ਇਹਨਾਂ ਕੋਲੋਂ ਇਹ ਪੁੱਛਣਾ ਚਾਹਾਂਗੇ, ਤੁਸੀਂ ਇੱਥੇ 7 ਸਾਲ ਤੋਂ ਸੇਵਾ ਕਰਦੇ ਪਏ ਹੋ, ਔਰ ਇਹਦੇ ਅੰਦਰ ਤੁਸੀਂ ਇੱਥੇ ਜੋ ਪਿੱਛੇ ਸੀ ਹੁਣ ਅੱਗੇ ਕੀ ਤਰੱਕੀਆਂ ਕੀਤੀਆਂ ਹੈਗੀਆਂ? ਜਿੱਦਾਂ ਦਿੱਲੀ ਸਰਕਾਰ ਵੱਲੋਂ ਹੋਰ ਵੀ ਕਈ ਦਾਅਵੇ ਕੀਤੇ ਜਾਂਦੇ ਹੈਗੇ ਬਈ ਅਸੀਂ ਸਰਕਾਰੀ ਸਕੂਲਾਂ ਦਾ ਜਿਹੜਾ ਹੈਗਾ ਪ੍ਰਾਈਵੇਟ ਤੋਂ ਅੱਗੇ ਲੈ ਕੇ ਜਾਵਾਂਗੇ। ਹਾਲੇ ਤਾਂ ਉਹਨਾਂ ਨੂੰ ਸਾਲ ਸਵਾ ਸਾਲ ਹੋਇਆ, ਲੇਕਿਨ ਅੱਗੇ ਉਮੀਦ ਕਰਦੇ ਹੈਗੇ ਬਹੁਤ ਅੱਗੇ ਤਰੱਕੀ ਕਰਨ, ਲੇਕਿਨ ਇਹ 1 ਸਾਲ ਦੇ ਅੰਦਰ ਕਿੱਥੇ ਤੱਕ ਪਹੁੰਚੇ ਹੈਗੇ। ਹੁਣ ਸਾਡੇ ਨਾਲ ਗੱਲ ਕਰਨਗੇ ਪ੍ਰਿੰਸੀਪਲ ਸਾਹਿਬਾ। आप सबका स्वागत है हमारे स्कूल में। और मुझे यहाँ पर मैं नवंबर 2011 में मैंने ज्वाइन किया था इस स्कूल में, और तब से मैं लगी हुई हूँ स्कूल का सुधार करने। अच्छा ही था वैसे, लेकिन फिर भी जो मुझसे मतलब बन सका मैं कोशिश करती रहती हूँ। घर में भी सोचती रहती हूँ कि कैसे सुधार किया जा सकता है, और हर रोज़ मतलब इस बारे में आगे बढ़ा जाए। और काफ़ी सुधार है। बच्चे जो हैं सरकार की तरफ से, निगम की तरफ से काफ़ी फैसिलिटीज़ जो हैं बच्चों को मिलती हैं। स्कॉलरशिप का पैसा मिलता है, यूनिफॉर्म मिलती है फ्री, फ़ीस बच्चों की माफ़ है, और स्टेशनरी का पैसा मिलता है। माइनॉरिटी के जो बच्चे हैं, माइनॉरिटी वाले, उनको अलग से मिलता है। सभी बच्चों को वर्दी, किताबें और फ्री मिलती हैं। जूते, जुराब, जर्सी सर्दियों में ये सब चीज़ें मुफ्त हैं, और फ़ीस कोई भी बच्चों से नहीं ली जाती है। और समय समय पर हमारे जो निगम पार्षद हैं 4 साल से ये हैं, काफ़ी एक्टिव हैं, समय समय पर ये स्कूल में आते रहते हैं। 26 जनवरी से पहले और 15 अगस्त से पहले एक दिन जो हमारे प्रोग्राम होते हैं उनमें तो ये ज़रूर आते हैं, लेकिन उसके अलावा भी ये समय समय पर चक्कर मारते रहते हैं, और फ़ोन द्वारा भी पूछते रहते हैं कि कोई अगर परेशानी है या कोई ज़रूरत है स्कूल की तो मुझे बताओ, मैं आऊँगा और मैं पूरी करवाऊँगा उसको। बहुत सहयोग देते हैं, बहुत सहयोगी हैं। कोई भी निगम पार्षद जो है शायद दिल्ली में इतना एक्टिव नहीं होगा जितने हमारे डिम्पल चड्ढा जी हैं। और फ़ोन पर तो सूचित करते ही रहते हैं हमें कि बोलो कुछ चाहिए तो मैं मतलब आऊँ आपके पास। कोई भी सुविधा कोई भी है, किसी बच्चे को कोई परेशानी है तो बताओ, काफ़ी सहयोगी हैं ये। और इनके आने के बाद हमारा स्कूल जो है उसने काफ़ी सुविधाएं जो हैं, बिजली, पानी, कोई भी खराबी है हम इनको सूचित करते हैं, ये तुरंत हमारा काम करवा देते हैं और ठीक करवा देते हैं उसको। और बच्चे जो हैं अब आगे बढ़ रहे हैं, पूरा प्रयास है हमारा। खेलों में हर जगह बच्चे जाते हैं हमारे स्कूल के, और समय समय पर 2 साल पहले हमारा स्कूल जो है साइंस फेयर में, साइंस मॉडल में फ़र्स्ट आया था हमारा स्कूल, और काफ़ी तरक्की कर रहे हैं। आगे भी उम्मीद करते हैं डिम्पल चड्ढा जी ऐसे ही सहयोग करते रहेंगे। यहाँ के जो मोहल्ले के लोग हैं ये भी सहयोगी हैं हमारे। ये बलबीर सिंह जी जो हैं, हमारे डिम्पल चड्ढा जी ने जो SMC मेंबर्स जो हैं उनमें इनको सिलेक्ट किया हुआ है, उसमें ये तो बहुत ही सहयोग करते हैं, आते हैं, काम भी करवाते हैं हमारे स्कूल में। जो हम कहते हैं हमें सहयोग देते हैं ये। और हम उम्मीद करेंगे कि अगले साल भी इलेक्शन हो और ये आएँ ताकि हमारा जो स्कूल है इसी तरह से प्रगति करता रहे।
हमारी तरफ से भी बहुत बहुत शुभकामनाएं हैं। लेकिन एक मेरा जो क्वेश्चन है, कुछ शिकायत है एक, जैसे मेडिकल लीव के बारे में मैडम जाती है, 6 मंथ की जो सरकार देती है उनका हक है। 6 मंथ के मेडिकल लीव नहीं है, वो मैटरनिटी लीव, मैटरनिटी, प्रसूति अवकाश। हाँ जी मैडम, जो मैटरनिटी अवकाश है 6 मंथ का जो सरकार की तरफ से जाता है, तो उस 6 मंथ के अंदर बच्चे पढ़ना छोड़ देते हैं या कोई टीचर रिप्लेस की जाती है? इसके बारे में आप बताएं हमें। ऐसा है, मैटरनिटी लीव 6 मंथ्स की अब हो गई है और टीचर्स जाते हैं। अभी भी हमारे 2 टीचर्स जो हैं वो छुट्टी पर हैं इस समय। एक टीचर ने अभी ज्वाइन किया है, वो मैटरनिटी लीव पे थी। कुल 8 का स्टाफ है, जिसमें से 2 टीचर्स छुट्टी पर हैं। उनके बदले में किसी को रिप्लेस नहीं किया जाता और वो बच्चे जो हैं उनको छुट्टी तो नहीं दी जाती, लेकिन जो बाकी टीचर्स होते हैं उनके साथ किसी तरह से एडजस्टमेंट उन बच्चों की जाती है। हमारे बीच में सरदार हरदीप सिंह जी, गुरुद्वारा गुरु सिंह सभा सहपुरा के सकत्तर साहब से 2 मिनट की वार्तालाप। ये ਜਿਹੜਾ ਸਕੂਲ ਹੈ ਇਹ ਡਿੰਪਲ ਚੱਡਾ ਜੀ ਦੇ ਰੱਖ ਰਖਾਓ ਰੱਖਿਆ ਗਿਆ ਹੈ ਔਰ ਸਾਡੇ ਇਹ ਜਿਹੜਾ ਸਕੂਲ ਇੰਨਾ ਸਾਫ ਸੁਥਰਾ ਵੇਖਿਆ ਗਿਆ ਹੈ। ਇਸ ਸਕੂਲ ਦੇ ਜਿਹੜੇ ਚੇਅਰਮੈਨ ਸਰਦਾਰ ਬਲਬੀਰ ਸਿੰਘ ਜੀ ਹੈ ਔਰ ਇਹ ਸਕੂਲ ਜਿੰਨੇ ਮੈਂ ਸਰਕਾਰੀ ਸਕੂਲ ਦੇਖੇ ਨੇ ਸਭ ਤੋਂ ਸਾਫ ਸੁਥਰਾ ਔਰ ਵਧੀਆ ਸਕੂਲ ਇਹ ਵੇਖਿਆ ਮੈਂ ਅੱਜ ਤੱਕ ਆਪਣੀ ਲਾਈਫ ਦੇ ਵਿੱਚ ਜੋ ਦੇਖਿਆ। ਔਰ ਹਰ ਜਗ੍ਹਾ ਪੋਚਾ ਪੌਦੇ ਹਰ ਚੀਜ਼ ਦੀ ਰੱਖ ਰਖਾਓ ਬਹੁਤ ਹੀ ਵਧੀਆ। ਔਰ ਜਿਹੜੇ ਇੱਥੇ ਦੇ ਪ੍ਰਿੰਸੀਪਲ ਨੇ ਉਹ ਤਾਂ ਵੈਲ ਐਂਡ ਗੁੱਡ, ਬਹੁਤ ਅੱਛਾ ਸੁਭਾਅ ਔਰ ਬਹੁਤ ਅੱਛੇ ਟੀਚਰ ਨੇ। ਅਤੇ ਮੈਂ ਹੋਰ ਵੀ ਬੜੇ ਸਕੂਲਾਂ 'ਚ ਗਿਆ ਸਰਕਾਰੀਆਂ 'ਚ, ਪਰ ਇੱਦਾਂ ਦਾ ਸਾਫ ਸੁਥਰਾ ਸਕੂਲ ਕਿਤੇ ਨਹੀਂ ਵੇਖਿਆ। ਬਹੁਤ ਬਹੁਤ ਧੰਨਵਾਦ ਸਰਦਾਰ ਹਰਦੀਪ ਸਿੰਘ ਜੀ। ਮੈਂ ਬਲਵਿੰਦਰ ਸਿੰਘ, ਕੈਮਰਾਮੈਨ ਰਣਜੀਤ ਸਿੰਘ ਜੀ ਦੇ ਨਾਲ ਸਬ ਤੱਕ ਨਿਊਜ਼ ਚੈਨਲ ਦੇ ਉੱਤੇ। यह तो आप सब जानते ही होंगे कि हमारे प्यारे देश हिंदुस्तान पर सैकड़ों साल तक अंग्रेज राज करते रहे। जब उनके अत्याचार हद से बाहर हो गए, तब अलग अलग समय में अलग अलग स्थानों पर देशभक्तों ने उनके खिलाफ आवाज़ उठाई। आखिरकार हमारा भारत देश 15 अगस्त 1947 में आज़ाद हो गया। ऐसी ही एक वीरंगना थी झांसी की रानी लक्ष्मीबाई। लक्ष्मीबाई का जन्म 19 नवंबर 1835 में काशी में हुआ था। उनके पिता का नाम मोतोपंत था और माता का नाम भागीरथी बाई। उनके बचपन का नाम मन्नू था। जब वह 4 वर्ष की थी तो उनकी माँ की मृत्यु हो गई थी। उनका पालन पोषण उनके पिता ने ही किया था। उनके पालन पोषण में उन्होंने कोई कमी नहीं छोड़ी थी। उन्हें पढ़ाया लिखाया, बल्कि उन्हें निशानेबाजी, तलवारबाजी, घुड़सवारी भी सिखाई। मनु एक निडर और साहसी लड़की थी। 1842 में उनकी शादी झांसी के राजा गंगाधर राव से हो गई। वह मन्नू से झांसी की रानी लक्ष्मीबाई बन गई। कुछ समय बाद उन्होंने एक पुत्र को जन्म दिया। कुछ समय बाद उसकी मृत्यु हो गई। इस दुर्घटना के बाद उन्होंने एक लड़का गोद लिया। कुछ समय बाद महाराज का भी निधन हो गया। उन दिनों लॉर्ड डलहौजी भारत का गवर्नर जनरल था। उसने कहा महाराज की अपनी कोई संतान नहीं है, इसलिए झांसी को ब्रिटिश राज्य में मिला लिया जाएगा। अंग्रेज़ों ने लक्ष्मीबाई और उनके पुत्र को महाराजा का वारिस मानने से सीधे मना कर दिया। अंग्रेज़ों ने कहा लक्ष्मीबाई को पेंशन में 60,000 रुपये दिए जाएंगे और झांसी का किला छोड़ देने को कहा। लक्ष्मीबाई देशभक्ति उन्हें बिल्कुल मंजूर नहीं था। उन्होंने देशभक्त नागरिकों की एक नई फौज खड़ी की। 1858 में अंग्रेज़ों ने झांसी पर हमला किया। 2 हफ्ते तक लड़ाई चलती रही। लक्ष्मीबाई ने अंग्रेज़ों का जमकर मुकाबला किया। अंग्रेज़ों के आधुनिक हथियारों के सामने लक्ष्मीबाई की फौज टिक न पाई। तब भी उन्होंने हार नहीं मानी। ग्वालियर में उनमें अंग्रेज़ों में फिर युद्ध हुआ, जिसमें वह शहीद हो गई। यह 1858 का दिन था। 30 वर्ष की उम्र में वे देशभक्तों के लिए ऐसी प्रेरणा बनी जो सच और आज़ादी के लिए लड़ने के लिए हिम्मत देती रहती हैं। जय हिंद। देश है साडा हिंदुस्तान, कुल दुनिया दी ए है शान। साडा देश जग तो न्यारा, ऐदा सब कुछ सानू प्यारा। ऐदे हरे भरे ने खेत, सोना उगले इस दी रेत। गंगा यमुना सतलुज प्यारा, वगरी
स्वाद चखा भी न था, फूल का नाव के खिले भी न थे, सजन से नैनो मिले भी न थे, फूल का नाव के खिले भी न थे, सजन से नैनो मिले भी न थे, उनके आगाओं पे तिरंगा झुक गया, उन्हीं हाथों से प्रणाम कर ले, आओ देशवासी एक काम कर ले, देश के शहीदों को सलाम कर ले। जय हिंद। ਅਸੀਂ ਬੈਠੇ ਹਾਂ ਪ੍ਰਿਥੀ ਵਰਗ ਸਕੂਲ 'ਚ, ਜਿੱਥੇ ਬੱਚਿਆਂ ਨੇ ਬਹੁਤ ਸੋਹਣਾ ਕਵਿਤਾ ਗਾਈ ਔਰ ਪ੍ਰਿੰਸੀਪਲ ਮੈਡਮ ਨੇ ਵੀ ਬਹੁਤ ਅੱਛਾ ਇਹਨਾਂ ਨੂੰ ਦੱਸ ਰਹੇ ਨੇ, ਸਿੱਖਿਆ ਦੇ ਰਹੇ ਨੇ। ਔਰ ਮੈਂ ਜ਼ਿਆਦਾ ਧੰਨਵਾਦ ਕਰਦਾ ਸਾਡੇ ਡਿੰਪਲ ਚੱਡਾ ਭਾਈ ਦਾ, ਸਾਡੇ ਚੇਅਰਮੈਨ ਸਾਹਿਬ ਦਾ, ਸਕੂਲ ਦੇ ਪੂਰੇ ਸਟਾਫ ਦਾ, ਸਾਡੀ ਕਮੇਟੀ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਜੀ ਆਇਆਂ ਨੂੰ। ਇੱਦਾਂ ਹੀ ਕੰਮ ਕਰਦੇ ਰਹਿਣ ਔਰ ਆਪਣਾ ਨਾਮ ਅਤੇ ਔਰ ਸਕੂਲ ਦਾ ਨਾਮ ਉੱਚਾ ਕਰਦੇ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।